ਹਾਂਜੀ ਦੋਸਤੋ, ਇਸ ਵੀਡੀਓ 'ਚ ਮੈਂ ਤੁਹਾਨੂੰ ਦੱਸੂੰਗਾ ਕਿ ਰੈਸ਼ਨਲ ਥਿੰਕਿੰਗ ਕਿਵੇਂ ਕਰਨੀ ਹੈ। ਰੈਸ਼ਨਲ ਥਿੰਕਿੰਗ ਦਾ ਮਤਲਬ ਹੈ ਕਿ ਦਿਲ ਤੋਂ ਨਹੀਂ, ਦਿਮਾਗ ਤੋਂ ਕੰਮ ਕਿਵੇਂ ਲੈਣਾ। ਆਈ ਨੋ ਕੁਝ ਲੋਕਾਂ ਲਈ ਇਹ ਥੋੜ੍ਹਾ ਜਿਹਾ ਡਿਫਰੈਂਟ ਟੌਪਿਕ ਹੋ ਸਕਦਾ ਹੈ, ਬਟ ਜਿਹੜੇ ਲੋਕਾਂ ਨੂੰ ਇਹ ਟੌਪਿਕ ਵਧੀਆ ਲੱਗਦਾ ਹੈ ਉਹਨਾਂ ਲਈ ਇਹ ਬਹੁਤ ਯੂਜ਼ਫੁਲ ਹੋਊਗਾ। ਤੁਸੀਂ ਕਦੇ ਨੋਟ ਕੀਤਾ ਹੋਣਾ ਵੀ ਕਾਫੀ ਲੋਕਾਂ ਦੇ ਲਾਈਫ ਦੇ ਵਿੱਚ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਅਤੇ ਉਹ ਆਪਣੀਆਂ ਪ੍ਰੋਬਲਮਸ ਨੂੰ ਬੜੀ ਛੇਤੀ ਕਵਰ ਕਰਦੇ ਜਾਂਦੇ ਆ, ਬੜੀ ਜਲਦੀ ਉਹਨਾਂ ਨੂੰ ਵੱਢ ਕੇ ਪਰਾਂ ਸੁੱਟਦੇ ਆ ਅਤੇ ਆਪਦਾ ਅੱਗੇ ਵੱਧਦੇ ਆ। ਅਤੇ ਦੂਸਰੇ ਪਾਸੇ ਕੁਝ ਲੋਕ ਉਹਨਾਂ ਪ੍ਰੋਬਲਮਸ ਦੇ ਵਿੱਚ ਹੀ ਫਸੇ ਰਹਿ ਜਾਂਦੇ ਆ। ਇਸ ਤਰ੍ਹਾਂ ਕਿਉਂ ਹੁੰਦਾ? ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਦੂਸਰੀ ਟਾਈਪ ਦੇ ਲੋਕ ਹੁੰਦੇ ਨੇ ਉਹ ਆਪਣੀਆਂ ਫੀਲਿੰਗਸ ਦੇ ਵਿੱਚ ਫਸੇ ਰਹਿ ਜਾਂਦੇ ਨੇ। ਉਹਨਾਂ 'ਚ ਰੈਸ਼ਨੈਲਿਟੀ ਘੱਟ ਹੁੰਦੀ ਆ, ਉਹ ਫੀਲਿੰਗਸ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨੇ। ਉਹਨਾਂ ਨੂੰ ਇੱਦਾਂ ਲੱਗਦਾ ਕਿ ਜੇ ਉਹ ਆਪ ਚੰਗੇ ਆ ਤਾਂ ਦੂਸਰੇ ਲੋਕ ਵੀ ਬਹੁਤ ਚੰਗੇ ਹੋਣਗੇ। ਇਸ ਟਾਈਪ ਦੀ ਉਹਨਾਂ ਦੀ ਥਿੰਕਿੰਗ ਹੁੰਦੀ ਹੈ ਅਤੇ ਉਹਨਾਂ ਨੇ ਨਾ ਇੱਕ ਆਪਣੀ ਧਾਰਨਾ ਬਣਾਈ ਹੁੰਦੀ ਹੈ ਕਿ ਵਰਲਡ ਇਸ ਤਰ੍ਹਾਂ ਵਰਕ ਕਰਦਾ, ਜੋ ਕਿ ਰਿਐਲਿਟੀ ਤੋਂ ਬਹੁਤ ਦੂਰ ਹੈ। ਜਿਹੜੀ ਰੈਸ਼ਨਲ ਥਿੰਕਿੰਗ ਹੈ ਉਹ ਰਿਐਲਿਟੀ ਦੇ ਨੇੜੇ ਰਹਿੰਦੀ ਹੈ। ਜਿੰਨਾ ਤੁਸੀਂ ਰਿਐਲਿਟੀ ਦੇ ਨੇੜੇ ਰਹੋਗੇ ਉਨਾ ਜ਼ਿਆਦਾ ਤੁਹਾਡੇ ਲਈ ਹੈਲਪਫੁਲ ਹੁੰਦਾ। ਯੂ ਹੈਵ ਮੋਰ ਐਡਵਾਂਟੇਜਸ ਐਕਚੁਅਲੀ। ਬਟ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ, ਗਲਤੀਆਂ ਆਪਾਂ ਸਾਰੇ ਹੀ ਕਰਦੇ ਹਾਂ। ਐਕਚੁਅਲੀ ਹਿਊਮਨ ਬ੍ਰੇਨ ਜਿਹੜਾ ਹੈਗਾ ਉਹ ਸਟੈਂਡਰਡ ਤਰੀਕੇ ਨਾਲ ਸਟੂਪਿਡ ਹੁੰਦਾ ਹੈ। ਜਿਹੜਾ ਹਿਊਮਨ ਬ੍ਰੇਨ ਦੇ ਅੰਦਰ ਬਹੁਤ ਸਾਰੇ ਬਾਇਸਿਸ ਹੁੰਦੇ ਨੇ, ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਜਿਹਦੇ ਨਾਲ ਆਪਾਂ ਬਹੁਤ ਵੱਡੀਆਂ ਗਲਤੀਆਂ ਕਰ ਜਾਂਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ IQ ਬਹੁਤ ਘੱਟ ਹੈ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ। You don't need a high IQ. You just need to be consistently not stupid. ਤੁਸੀਂ ਬਸ stupid decision ਨਹੀਂ ਲੈਣੇ, ਬਾਕੀ ਚੀਜ਼ਾਂ ਆਪਣੇ ਆਪ ਟੇਕ ਕੇਅਰ ਹੋ ਜਾਣਗੀਆਂ। ਆਮ ਬੰਦਾ ਇਹੀ ਸੋਚਦਾ ਕਿ ਮੈਂ ਬਹੁਤ ਹੀ ਸੁਪਰ ਪਾਵਰ ਵਾਲਾ ਜਾਂ ਬੈਸਟ ਡਿਸੀਜਨ ਲਊਂਗਾ ਅਤੇ ਬੈਸਟ ਆਊਟਕਮ ਨਿਕਲੂਗਾ। ਇੱਦਾਂ ਬੇਸਿਕਲੀ ਹੁੰਦਾ ਨਹੀਂ। ਤੁਹਾਨੂੰ ਵੀ ਪਤਾ ਹੋਊਗਾ ਆਲ ਯੋਰ ਲਾਈਫ ਕਿ ਤੁਸੀਂ ਕਿੰਨੀ ਵਾਰ ਟਰਾਈ ਕੀਤਾ ਹੋਊਗਾ ਕਿ ਹਾਂ ਯਾਰ ਮੈਂ ਇੱਥੇ ਜਾ ਕੇ, ਮੈਂ ਕਸੀਨੋ ਜਾ ਕੇ ਮੈਂ ਇੰਨੇ ਪੈਸੇ ਜਿੱਤ ਕੇ ਆਊਂਗਾ ਜਾਂ ਮੈਂ ਇੱਦਾਂ ਕਰ ਲਊਂਗਾ। ਵੱਡੇ ਪਲਾਨ ਬਣਾ ਲੈਂਦੇ ਹੋ, ਬਟ ਉਹ ਹੁੰਦੇ ਨਹੀਂ ਐਗਜ਼ੀਕਿਊਟ, ਰਾਈਟ? ਉਹ ਕਿਉਂ ਨਹੀਂ ਹੁੰਦੇ? ਬਿਕੋਜ਼ ਯੂ ਆਰ ਮੇਕਿੰਗ ਸੋ ਗ੍ਰੈਂਡ ਅਜ਼ੰਪਸ਼ਨਸ। ਬਹੁਤ ਵੱਡੀਆਂ ਤੁਹਾਡੀਆਂ ਅਜ਼ੰਪਸ਼ਨਸ ਨੇ ਕਿ ਬਹੁਤ ਈਜ਼ੀ ਹੈ, ਵਰਲਡ ਸਾਈਡ 'ਤੇ ਹੋ ਜਾਊਗਾ, ਤੁਹਾਡਾ ਗੋਲ ਪੂਰਾ ਕਰਨ ਲਈ ਵਰਲਡ ਸਾਈਡ 'ਤੇ ਹੋ ਜਾਊਗਾ ਅਤੇ ਤੁਹਾਨੂੰ ਲੋਕ ਕਹਿਣਗੇ ਜਾਓ ਭਾਅ ਜੀ ਅੱਗੇ ਜਾ ਕੇ ਵਧੋ, ਹੈ ਨਾ? ਇੱਦਾਂ ਹੁੰਦਾ ਨਹੀਂ ਬੇਸਿਕਲੀ। ਸੋ ਥੋੜ੍ਹਾ ਜਿਹਾ ਤੁਹਾਨੂੰ ਲੱਗਦਾ ਹੋਊਗਾ ਕਿ ਪੈਸੀਮਿਸਟਿਕ ਗੱਲ ਕਰ ਰਿਹਾ ਮੈਂ। ਥੋੜ੍ਹਾ ਜਿਹਾ ਪੈਸੀਮਿਜ਼ਮ ਹੋਣਾ ਚਾਹੀਦਾ ਬੰਦੇ ਦੇ ਅੰਦਰ, ਬਿਕੋਜ਼ ਆਪਟਿਮਿਸਟਿਕ ਬੰਦਾ ਬਹੁਤ ਵੱਡੀਆਂ ਸਟੂਪਿਡ ਮਿਸਟੇਕਸ ਕਰਦਾ। ਅੱਜ ਕੱਲ੍ਹ ਕੈਨੇਡਾ ਦੇ ਵਿੱਚ ਮੈਂ ਕਾਫੀ ਦੇਖ ਰਿਹਾ ਹੈਗਾ ਕਿ ਲੋਕਾਂ ਨੇ ਵੱਡੀਆਂ ਇਨਵੈਸਟਮੈਂਟਸ ਕੀਤੀਆਂ ਹੋਈਆਂ ਔਰ ਉਹ ਵੀ ਬਹੁਤ ਹੀ ਹਾਈ IQ ਦੇ ਬੰਦੇ ਆ। ਕੋਈ ਲਾਇਰ ਹੋ ਗਿਆ, ਕੋਈ ਕਿਵੇਂ ਹੋ ਗਿਆ, ਹੈ ਨਾ? ਅਤੇ ਉਹਨਾਂ ਨੇ ਵੱਡੀਆਂ ਮਿਸਟੇਕਸ ਕੀਤੀਆਂ ਹੋਈਆਂ, ਮਿਲੀਅਨਸ ਆਫ ਡਾਲਰ ਖਰਾਬ ਕੀਤੇ ਆਪਦੇ ਇਨਵੈਸਟਮੈਂਟਸ ਦੇ ਵਿੱਚ, ਹੈ ਨਾ? ਸੋ ਇਸ ਕਰਕੇ ਤੁਹਾਨੂੰ ਕੋਈ ਜ਼ਿਆਦਾ IQ ਨਹੀਂ ਚਾਹੀਦਾ। ਯੂ ਜਸਟ ਨੀਡ ਟੂ ਬੀ ਕੰਸਿਸਟੈਂਟਲੀ ਨਾਟ ਸਟੂਪਿਡ, ਦੈਟਸ ਆਲ। ਸੋ ਇਸੇ ਕਰਕੇ ਇਸ ਸੀਰੀਜ਼ ਦੇ ਵਿੱਚ ਮੈਂ ਇੱਕ ਮੈਂਟਲ ਮਾਡਲ ਦੀ ਗੱਲ ਕਰੂੰਗਾ ਅਤੇ ਆਪਾਂ ਇਸ ਚੈਨਲ ਦੇ ਵਿੱਚ ਕਾਫੀ ਸਾਰੇ ਮੈਂਟਲ ਮਾਡਲਸ ਡਿਸਕਸ ਕਰਾਂਗੇ। ਸੋ ਪਹਿਲਾ ਮੈਂਟਲ ਮਾਡਲ ਜਿਹੜਾ ਮੈਂ ਚਾਰਲੀ ਮੰਗਰ ਤੋਂ ਬੋਰੋ ਕੀਤਾ ਹੈਗਾ, ਦੈਟ ਇਜ਼ ਰੀਡਨਡੈਂਸੀ ਸਿਸਟਮ। ਰੀਡਨਡੈਂਸੀ ਇੱਕ ਤਰ੍ਹਾਂ ਦਾ ਇੰਜੀਨੀਅਰਿੰਗ ਦਾ ਤਰੀਕਾ ਹੁੰਦਾ ਹੈ। ਇੰਜੀਨੀਅਰਿੰਗ ਦੇ ਵਿੱਚ ਕੀ ਹੁੰਦਾ? ਮੰਨ ਲਓ ਕੋਈ ਐਰੋਪਲੇਨ ਹੈ, ਠੀਕ ਹੈ? ਏਅਰਪਲੇਨ ਦੇ ਵਿੱਚ ਜਨਰੇਟਰ ਲੱਗਿਆ ਹੋਇਆ। ਮੰਨ ਲਓ ਜੇ ਜਨਰੇਟਰ ਖਰਾਬ ਹੋ ਜਾਂਦਾ ਤਾਂ ਏਅਰਪਲੇਨ ਦੀ ਪਾਵਰ ਆਫ ਹੋ ਜਾਣੀ ਹੈ, ਠੀਕ ਹੈ? ਇਸ ਕਰਕੇ ਏਅਰਪਲੇਨ ਦੇ ਅੰਦਰ 3-4 ਤਰ੍ਹਾਂ ਦੇ ਬੈਕਅਪ ਪਾਵਰਸ ਹੁੰਦੀਆਂ ਨੇ, 3-4 ਤਰ੍ਹਾਂ ਦੇ ਨੈਵੀਗੇਸ਼ਨ ਸਿਸਟਮ ਦੇ ਅੰਦਰ ਬੈਕਅਪਸ ਹੁੰਦੇ ਨੇ। ਇਸੇ ਤਰ੍ਹਾਂ ਇਲੈਕਟ੍ਰੀਕਲ ਸਿਸਟਮ ਦੇ ਅੰਦਰ ਵੀ ਬੈਕਅਪ ਹੁੰਦੇ ਨੇ। ਮੰਨ ਲਓ ਇੱਕ ਕੰਪੋਨੈਂਟ ਖਰਾਬ ਹੁੰਦਾ ਤਾਂ ਜਿਹੜੇ ਤੁਹਾਡੇ 2-3 ਪਿੱਛੇ ਕੰਪੋਨੈਂਟ ਹੋਰ ਨੇ ਉਹ ਚੱਲਦੇ ਰਹਿੰਦੇ ਨੇ, ਉਹ ਉਹਨੂੰ ਬੈਕਅਪ ਦਿੰਦੇ ਨੇ। ਇਸੇ ਤਰ੍ਹਾਂ ਲਾਈਫ ਦੇ ਵਿੱਚ ਵੀ ਤੁਹਾਡੇ ਕੋਲ ਬੈਕਅਪ ਸਿਸਟਮਸ ਹੋਣੇ ਚਾਹੀਦੇ ਆ। ਆਈ ਨੋ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਂ ਕੰਟਰਾਸਟ ਦੇ ਵਿੱਚ ਕਹਿ ਰਿਹਾ, ਕਿਉਂਕਿ ਬਚਪਨ ਦੇ ਵਿੱਚ ਆਪਾਂ ਨੂੰ ਇੰਡੀਆ ਸਿਖਾਇਆ ਜਾਂਦਾ ਸੀਗਾ ਕਿ ਪ੍ਰੋਫੈਸਰਸ ਨੇ ਕਹਿਣਾ ਕਿ ਬੇਟਾ ਨਹੀਂ ਯਹੀ ਆਪਕਾ ਲਕਸ਼ਯ ਹੋਣਾ ਚਾਹੀਏ, ਇਹੀ ਤੁਹਾਡਾ ਪਲਾਨ ਹੋਣਾ ਚਾਹੀਦਾ ਹੈ, ਇਹਦੇ ਪਿੱਛੇ ਜਾਨ ਦੇ ਦਿਓ, ਪਲਾਨ A ਨੂੰ ਹੀ ਐਗਜ਼ੀਕਿਊਟ ਕਰਨਾ, ਪਲਾਨ B ਬਾਰੇ ਸੋਚਣਾ ਹੀ ਨਹੀਂ। ਦੈਟ ਇਜ਼ ਰੋਂਗ ਵੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਕੋਈ ਇਮੀਗਰੈਂਟ ਬੰਦਾ ਬੈਕ ਹੋਮ ਇੰਡੀਆ ਦੇ ਵਿੱਚ ਕੋਈ ਵੱਡਾ ਆਫਿਸਰ ਸੀਗਾ, IAS ਹੋ ਸਕਦਾ, ਪੁਲਿਸ ਦੇ ਵਿੱਚ ਹੋ ਸਕਦਾ ਜਾਂ ਡਾਕਟਰ ਹੋ ਸਕਦਾ। ਇੱਥੇ ਆ ਕੇ ਜੇ ਉਹ ਜਿੱਦ ਕਰਕੇ ਬੈਠ ਜੇ ਕਿ ਮੈਂ ਸੇਮ ਹੀ ਪੋਜੀਸ਼ਨ 'ਤੇ ਇੱਥੇ ਆਊਂਗਾ, ਇਮੈਜਿਨ ਕਰੋ ਕਿੰਨਾ ਹਾਰਡ ਹੋਊਗਾ ਉਹਨੂੰ ਇੱਥੇ ਆ ਕੇ ਸੇਮ ਡਾਕਟਰ ਦੀ ਪੜ੍ਹਾਈ ਕਰਨਾ ਜਾਂ IAS ਬਣਨਾ। ਇੱਥੇ IAS ਹੁੰਦਾ ਨਹੀਂ ਵੈਸੇ, ਬਟ ਜੇ ਉਹਨੇ ਬਿਊਰੋਕਰੇਸੀ ਦੀ ਜੋਬ 'ਚ ਕਿਤੇ ਜਾਣਾ ਹੈਗਾ। ਯੂ ਸ਼ੁੱਡ ਹੈਵ ਮੋਰ ਆਪਸ਼ਨਸ ਲਾਈਕ ਤੁਹਾਡੇ ਦਿਮਾਗ ਦੇ ਅੰਦਰ। ਇਸ ਕਰਕੇ ABCDE ਤੱਕ ਦੀਆਂ ਤੁਹਾਡੇ ਕੋਲ ਚੀਜ਼ਾਂ ਹੋਣੀਆਂ ਚਾਹੀਦੀਆਂ। ਜੇ ਵਰਕ ਹੁੰਦੀਆਂ, ਜੇ ਇੱਕ ਵਰਕ ਨਹੀਂ ਹੁੰਦੀ ਤਾਂ ਦੂਸਰੀ ਵਰਕ ਹੋ ਜੂਗੀ। ਅਤੇ ਇਹ ਚੀਜ਼ ਮੈਂ ਨਹੀਂ ਕਹਿ ਰਿਹਾ, ਇਹ ਸਿਸਟਮ ਵਰਲਡ ਦੇ ਵੱਡੇ ਲੋਕ ਯੂਜ਼ ਕਰਦੇ ਆਏ ਆ। ਮਾਰਕਸ ਔਰੇਲੀਅਸ ਤੋਂ ਲੈ ਕੇ ਨਪੋਲੀਅਨ ਤੱਕ, ਸੰਤ ਜ਼ੂ ਤੋਂ ਲੈ ਕੇ ਵਾਰਨ ਬਫੇਟ ਤੱਕ, ਇਹ ਲੋਕ ਸਕਸੈਸਫੁਲੀ ਇਸ ਤਰ੍ਹਾਂ ਹੋਏ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਹਮੇਸ਼ਾ ਜੇ ਕੋਈ ਪਲਾਨ ਐਗਜ਼ੀਕਿਊਟ ਆਪਾਂ ਕਰਾਂਗੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣਗੀਆਂ। ਮੇਰੇ ਪੋਡਕਾਸਟ ਸ਼ੁਰੂ ਕਰਨ ਦਾ ਮਕਸਦ ਹੀ ਇਹੀ ਹੈ ਕਿ ਅੱਜ ਕੱਲ੍ਹ ਜਿਹੜੀ ਆਪਣੀ ਲਾਈਫ ਬਣ ਚੁੱਕੀ ਹੈ, ਡਿਜੀਟਾਈਜ਼ਡ ਹੋ ਚੁੱਕਾ ਸਾਰਾ ਕੁਝ, ਠੀਕ ਹੈ? ਐਵਰੀਥਿੰਗ ਇਜ਼ ਸੋ ਡਿਜੀਟਾਈਜ਼ਡ। ਆਪਣੇ ਕੋਲ ਡੋਪਾਮੀਨ ਦੇ ਬਹੁਤ ਜ਼ਿਆਦਾ ਅਸਰ ਇੱਧਰ ਉੱਧਰ ਮਿਲ ਜਾਂਦੇ ਨੇ ਆਪਾਂ ਨੂੰ। ਫੋਨ ਦੇ ਵਿੱਚੋਂ ਡੋਪਾਮੀਨ ਮਿਲ ਜਾਂਦਾ, ਫੂਡ ਦੇ ਵਿੱਚੋਂ ਮਿਲ ਜਾਂਦਾ, ਹੋਰ ਚੀਜ਼ਾਂ ਦੇ ਵਿੱਚੋਂ ਡੋਪਾਮੀਨ ਬਹੁਤ ਈਜ਼ੀਲੀ ਮਿਲ ਜਾਂਦਾ ਆਪਾਂ ਨੂੰ। ਕਿਸੇ ਨੂੰ ਕਾਲ ਲਾ ਲੈਂਦੇ ਤਾਂ ਡੋਪਾਮੀਨ ਮਿਲ ਜਾਂਦਾ।
ਸੋ ਇਸ ਕਰਕੇ ਆਪਣੀ ਡਿਸੀਜਨ ਮੇਕਿੰਗ ਇੰਨੀ ਖਰਾਬ ਹੋਈ ਹੈ, ਆਪਾਂ ਨੂੰ ਰਿਐਲਿਟੀ ਦਾ ਪਤਾ ਨਹੀਂ ਲੱਗਦਾ ਕਈ ਵਾਰੀ। ਸੋ ਇਸ ਕਰਕੇ ਇਸ ਚੈਨਲ ਦਾ ਮਕਸਦ ਇਹ ਹੈ ਕਿ ਆਪਾਂ ਰੈਸ਼ਨਲ ਥਿੰਕਿੰਗ ਕਰੀਏ, ਨਵੇਂ ਆਈਡੀਆਜ਼, ਬਿਗ ਆਈਡੀਆਜ਼ ਚੱਕੀਏ ਆਪਾਂ ਸਾਰੀਆਂ ਥਿਊਰੀਜ਼ ਦੇ ਵਿੱਚੋਂ, ਸਾਇੰਸ, ਫਿਜ਼ਿਕਸ, ਸਾਈਕੋਲੋਜੀ, ਮੈਥਮੈਟਿਕਸ। ਮੈਂ ਤੁਹਾਨੂੰ ਕੋਈ ਫਾਰਮੂਲਾ ਨਹੀਂ ਦੇਣਾ, ਮੈਂ ਤੁਹਾਨੂੰ ਜਸਟ ਇੱਕ ਬੇਸਿਕ ਨੌਲੇਜ ਦੱਸੂੰਗਾ। ਇਹ ਕੋਈ ਫਾਰਮੂਲਾ ਬੇਸਡ ਚੈਨਲ ਨਹੀਂ ਹੈਗਾ। ਆਈ ਹੇਟ ਫਾਰਮੂਲਾਜ਼ ਐਕਚੁਅਲੀ। ਤੁਸੀਂ ਕਿੰਨੇ ਕੁ ਫਾਰਮੂਲੇ ਤੁਸੀਂ ਯੂਜ਼ ਕੀਤੇ ਅੱਜ ਤੱਕ? A+B ਦਾ ਹੋਲ ਸਕੁਏਅਰ ਦਾ ਤੁਸੀਂ ਤੁਹਾਡੇ ਕਿਸੇ ਇੰਪਲੋਇਰ ਨੂੰ ਦੱਸਿਓ, ਅਗਲਾ ਹੱਸੂਗਾ। ਈਵਨ ਤੁਸੀਂ, ਮੈਂ ਕਹਿੰਦਾ ਜੇ ਤੁਸੀਂ ਸਾਇੰਟਿਸਟ ਵੀ ਬਣ ਗਏ ਨਾ, A+B ਦਾ ਹੋਲ ਸਕੁਏਅਰ ਤੁਸੀਂ ਉੱਥੇ ਵੀ ਨਹੀਂ ਯੂਜ਼ ਕਰਨਾ, ਕਿਉਂਕਿ ਅੱਜ ਕੱਲ੍ਹ ਕੰਪਿਊਟਰਸ ਆ ਚੁੱਕੇ ਆ। ਇਸ ਕਰਕੇ ਮਾਰਕ ਟਵੇਨ ਨੇ ਵੀ ਇਹ ਕਿਹਾ ਸੀਗਾ, ਕਹਿੰਦਾ ਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਆਪਾਂ ਜੋ ਕੁਛ ਸਿੱਖਿਆ ਹੋਇਆ ਉਸ ਚੀਜ਼ ਨੂੰ ਆਪਾਂ ਅਨਲਰਨ ਕਰਨਾ ਹੈ। ਆਪਾਂ ਬਹੁਤ ਗਾਰਬੇਜ ਸਿੱਖਿਆ ਹੋਇਆ ਵੈਸੇ ਸਕੂਲਿੰਗ ਸਿਸਟਮ ਦੇ ਵਿੱਚ। ਸੋ ਇਸ ਕਰਕੇ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਮੈਮੋਰਾਈਜ਼ ਕਰਨਾ ਹੈ, ਲੈਟਸ ਸੇ ਕੋਈ ਕਿਸੇ ਥਾਂ ਦੀ ਕੈਪੀਟਲ ਹੋ ਗਈ, ਜਾਂ ਕਿਸੇ ਕੰਟਰੀ ਦੀ GDP ਹੋ ਗਈ, ਜਾਂ ਕਿਸੇ ਕੰਟਰੀ ਦਾ ਇੰਟਰਸਟ ਰੇਟ ਹੋ ਗਿਆ, ਡੋਂਟ ਮੈਮੋਰਾਈਜ਼। ਯਾਦ ਕਰਨ ਦੀ ਲੋੜ ਨਹੀਂ। ਯੂ ਜਸਟ ਨੀਡ ਟੂ ਨੋ ਬਿਗ ਮੈਂਟਲ ਮੋਡਲਸ ਐਂਡ ਦੈਟਸ ਆਲ। ਤੁਹਾਨੂੰ ਪਤਾ ਬਰੂਸ ਲੀ ਦਾ ਇੱਕ ਕੋਟ ਸੀਗਾ, ਕਹਿੰਦਾ ਕਿ ਬੀ ਲਾਈਕ ਵਾਟਰ, ਬਿਕਮ ਸ਼ੇਪਲੈਸ, ਬਿਕਮ ਫਾਰਮਲੈਸ। ਠੀਕ ਹੈ, ਉਹਦੇ ਕਹਿਣ ਦਾ ਮਤਲਬ ਸੀਗਾ ਕਿ ਤੁਸੀਂ ਕਿਸੇ ਵੀ ਸਿਚੁਏਸ਼ਨ 'ਚ ਤੁਹਾਨੂੰ ਪਾ ਦਿੱਤਾ ਜਾਵੇ ਤਾਂ ਤੁਸੀਂ ਫਾਰਮਲੈਸ ਬਣ ਜਾਣਾ, ਤੁਹਾਡੀ ਕੋਈ ਸ਼ੇਪ ਨਹੀਂ ਹੋਣੀ ਚਾਹੀਦੀ, ਤੁਹਾਨੂੰ ਐਡਜਸਟ ਕਰਨਾ ਪੈਣਾ ਉਸ ਚੀਜ਼ ਦੇ ਅਕੋਰਡਿੰਗ। ਐਡਜਸਟ ਕਰਨ ਲਈ ਤੁਹਾਡੇ ਕੋਲ ਮਲਟੀਪਲ ਆਪਸ਼ਨਸ ਹੋਣੀਆਂ ਚਾਹੀਦੀਆਂ ਨੇ, ਮਲਟੀਪਲ ਪਲਾਨਸ ਹੋਣੇ ਚਾਹੀਦੇ ਨੇ। ਇੱਕ ਚੀਜ਼ ਨਾਲ ਜੇ ਉਹਨੂੰ ਖਿੱਚ ਕੇ ਬੈਠੇ ਰਹੋਗੇ, ਇੱਦਾਂ ਪਕੜ ਕੇ ਬੈਠੇ ਰਹੋਗੇ, ਤਾਂ ਉਹ ਚੀਜ਼ ਤੁਹਾਨੂੰ ਤੰਗ ਕਰੂਗੀ। ਉਹ ਕੋਈ ਪਰਸਨ ਵੀ ਹੋ ਸਕਦਾ, ਉਹ ਕੋਈ ਜੌਬ ਵੀ ਹੋ ਸਕਦੀ ਹੈ, ਉਹ ਤੁਹਾਡਾ ਕੋਈ ਬਹੁਤ ਜ਼ਿਆਦਾ ਹਾਰਡ ਪੈਸ਼ਨ ਵੀ ਹੋ ਸਕਦਾ, ਜਿਹੜਾ ਤੁਹਾਨੂੰ ਨੁਕਸਾਨ ਦੇ ਰਿਹਾ। ਇੱਕ ਤੁਸੀਂ ਸ਼ੋਅ ਦੇਖਿਓ ਬ੍ਰੇਕਿੰਗ ਬੈਡ ਕਰਕੇ। ਬ੍ਰੇਕਿੰਗ ਬੈਡ ਸਾਰਾ ਸ਼ੋਅ ਹੀ ਇਸ ਚੀਜ਼ ਦੇ ਉੱਤੇ ਬੇਸਡ ਹੈ। ਜਿਹੜਾ ਉਹਦਾ ਲੀਡ ਕਰੈਕਟਰ ਹੁੰਦਾ ਨਾ, ਉਹ ਆਪਣੇ ਭਰਾ ਨੂੰ ਬਚਾਉਂਦਾ ਜੇਲ੍ਹ ਦੇ ਵਿੱਚੋਂ। ਉਹ ਕਿੰਨੇ ਤਰ੍ਹਾਂ ਦੇ ਪਲਾਨ ਉਹ ਆਪਦੇ ਕੋਲ ਰੱਖਦਾ। ਮੋਸਟਲੀ ਕੀ ਹੁੰਦਾ, ਪਹਿਲਾ ਪਲਾਨ ਉਹਦਾ ਫੇਲ ਹੋ ਜਾਂਦਾ ਅਤੇ ਉਹ ਦੂਸਰਾ ਪਲਾਨ ਯੂਜ਼ ਕਰਦਾ, ਨਹੀਂ ਤਾਂ ਉਹਦਾ ਕਈ ਵਾਰ ਦੂਸਰਾ ਵੀ ਫੇਲ ਹੋ ਜਾਂਦਾ ਅਤੇ ਉਹ ਤੀਸਰਾ ਯੂਜ਼ ਕਰਦਾ। ਵਨ ਆਫ ਮੇਰਾ ਫੇਵਰੇਟ ਸ਼ੋਅ ਹੈਗਾ ਉਹ ਬ੍ਰੇਕਿੰਗ ਬੈਡ, ਉਹਦੇ 'ਚ ਵੀ ਇਹ ਪ੍ਰਿੰਸੀਪਲ ਯੂਜ਼ ਹੋਇਆ। ਸੋ ਆਪਾਂ ਨੂੰ ਲੱਗਦਾ ਕਿ ਉਹ ਬੰਦਾ ਬੜਾ ਇੰਟੈਲੀਜੈਂਟ ਹੈ। ਇਟਸ ਨੋਟ ਬੀਇੰਗ ਇੰਟੈਲੀਜੈਂਟ। ਉਹ ਆਪਣੀਆਂ ਸਿਰਫ ਆਪਸ਼ਨਸ ਓਪਨ ਰੱਖ ਰਿਹਾ, ਦੈਟਸ ਆਲ। ਆਪਸ਼ਨਸ ਓਪਨ ਰੱਖੋ। ਐਂਡ ਹਾਂ, ਮੈਂ ਕੋਈ ਤੁਹਾਨੂੰ ਰਿਲੇਸ਼ਨਸ਼ਿਪ ਦੀ ਵੀ ਇਹੋ ਜਿਹੀ ਐਡਵਾਈਸ ਨਹੀਂ ਦੇ ਰਿਹਾ ਕਿ ਤੁਸੀਂ ਆਪਸ਼ਨਸ ਓਪਨ ਰੱਖੋ, ਬਟ ਇੱਕ ਚੀਜ਼ ਮੈਂ ਐਡ ਕਰੂੰਗਾ, ਯੂ ਡੋਂਟ ਹੈਵ ਟੂ ਕੀਪ ਦੀ ਆਪਸ਼ਨਸ ਓਪਨ। ਇਟਸ ਲਾਈਕ ਕਿ ਜੇ ਕੋਈ ਤੁਹਾਡੇ ਉੱਤੇ ਪ੍ਰੋਬਲਮ ਆ ਜੇ, ਕੱਲ੍ਹ ਨੂੰ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਜਾਂਦਾ, ਯੂ ਸ਼ੁੱਡ ਬੀ ਮਾਰਕੀਟੇਬਲ। ਠੀਕ ਹੈ, ਤੁਸੀਂ ਪ੍ਰੈਜ਼ੈਂਟੇਬਲ ਹੋਣੇ ਚਾਹੀਦੇ ਹੋ। ਨਹੀਂ ਤਾਂ ਲੈਟਸ ਸੇ ਤੁਸੀਂ ਰਿਲੇਸ਼ਨਸ਼ਿਪ 'ਚੋਂ ਤੁਸੀਂ ਇੰਨਾ ਭਾਰ ਵਧਾ ਲਿਆ ਜਾਂ ਕੁਛ ਵੀ ਇਸ ਤਰ੍ਹਾਂ ਦਾ ਕੁਛ ਕਰ ਲਿਆ ਵੀ ਵੀ ਤੁਸੀਂ ਆਪਣਾ ਟੇਕ ਕੇਅਰ ਨਹੀਂ ਕਰਦੇ ਆਪਣੀ ਬੋਡੀ ਦਾ ਜਾਂ ਆਪਣੀ ਮੈਂਟਲ ਹੈਲਥ ਦਾ, ਐਂਡ ਦ ਪਰਸਨ ਲੀਵਸ ਯੂ, ਤਾਂ ਤੁਸੀਂ ਬਿਲਕੁਲ ਵੀ ਮਾਰਕੀਟੇਬਲ ਨਹੀਂ ਹੈਗੇ, ਹੈ ਨਾ। ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਡੇਟਿੰਗ ਮਾਰਕੀਟ ਦੇ ਵਿੱਚ ਆਉਣ ਲਈ। ਚਲੋ ਇਹ ਤਾਂ ਸੀਗੀ ਹਾਸੇ ਵਾਲੀ ਗੱਲ। ਆਪਾਂ ਏਨਸ਼ੀਐਂਟ ਚਾਈਨਾ ਦੀ ਗੱਲ ਕਰਦੇ ਹਾਂ। 2000 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਗਈ ਸੀਗੀ, ਸੰਤ ਜ਼ੂ ਨੇ ਲਿਖੀ ਸੀ ਕਿਤਾਬ ਆਰਟ ਆਫ ਵਾਰ। ਉਸ ਕਿਤਾਬ ਦੇ ਵਿੱਚ ਨਾ ਕਾਫੀ ਸਟ੍ਰੈਟਜੀਜ਼ ਨੇ, ਮਿਲੀਟਰੀ ਸਟ੍ਰੈਟਜੀਜ਼ ਯੂਜ਼ ਕੀਤੀਆਂ ਹੋਈਆਂ। ਅਤੇ ਉਹ ਬੰਦੇ ਨੇ ਲਿਖਿਆ, ਕਹਿੰਦਾ ਕਿ ਜਦੋਂ ਵੀ ਤੁਸੀਂ ਕਿਸੇ ਦੂਸਰੇ ਸੈਨਾ ਨੂੰ ਕੈਪਚਰ ਕਰਨਾ ਨਾ, ਦੂਸਰੀ ਸੈਨਾ ਨੂੰ ਫੜਨਾ ਜਾਂ ਬੰਦੀ ਬਣਾਉਣਾ, ਤੁਸੀਂ ਉਹਨਾਂ ਦੇ ਰਿਸੋਰਸਿਸ ਨੂੰ ਯੂਜ਼ ਕਰਨਾ। ਉਹਨਾਂ ਦੇ ਜਿਹੜੇ ਰੱਥ ਹੋ ਗਏ, ਉਹਨਾਂ ਦੇ ਘੋੜੇ ਹੋ ਗਏ, ਉਹਨਾਂ ਦੇ ਹਥਿਆਰ ਹੋ ਗਏ। ਈਵਨ ਕਹਿੰਦਾ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਮਾਰਨਾ ਨਹੀਂ ਹੈਗਾ, ਉਹਨਾਂ ਨੂੰ ਬੰਦਿਆਂ ਵਾਂਗੂ ਟਰੀਟ ਕਰਨਾ। ਉਹ ਇਹ ਚੀਜ਼ਾਂ ਕਿਉਂ ਲਿਖ ਰਿਹਾ? ਕਿਉਂਕਿ ਉਹ ਬੰਦਾ ਹੀ, ਆਪਾਂ ਨੂੰ ਇਹ ਲੱਗ ਰਿਹਾ ਕਿ ਉਹਦੇ ਕੋਲ ਫੀਲਿੰਗਸ ਹੈ ਦੂਸਰੇ ਬੰਦਿਆਂ ਲਈ, ਹੋ ਸਕਦੀਆਂ, ਬਟ ਉਹਦੀ ਜਿਹੜੀ ਅਪਰੋਚ ਹੈ ਬਹੁਤ ਹੀ ਮਕੈਨੀਕਲ ਅਪਰੋਚ ਹੈ। ਐਕਚੁਅਲੀ ਉਹ ਆਪਣੇ ਰਿਸੋਰਸਿਸ ਘੱਟ ਯੂਜ਼ ਕਰਨਾ ਚਾਹੁੰਦਾ ਹੈ। ਉਹ ਪਹਿਲਾਂ ਦੁਸ਼ਮਣਾਂ ਦੇ ਹੀ ਰਿਸੋਰਸਿਸ ਯੂਜ਼ ਕਰੂਗਾ, ਬਾਅਦ 'ਚ ਜਦੋਂ ਬਚੇ ਖੁਚੇ ਹੋਣਗੇ ਉਹ ਆਪਦੇ ਥੋੜ੍ਹਾ ਬਹੁਤ ਘੋੜੇ ਯੂਜ਼ ਕਰ ਲੂਗਾ ਜਾਂ ਰੱਥ ਯੂਜ਼ ਕਰ ਲੂਗਾ। ਇਸ ਕਰਕੇ ਉਹਨੇ ਵੀ ਰੀਡੰਡੈਂਸੀ ਯੂਜ਼ ਕੀਤੀ ਆ। ਈਵਨ ਕਹਿੰਦੇ ਜਿਹੜਾ ਨਪੋਲੀਅਨ ਸੀਗਾ, ਨਪੋਲੀਅਨ ਨੇ ਇਹ ਬੁੱਕ ਪੜ੍ਹੀ ਹੋਈ ਹੈ ਆਰਟ ਆਫ ਵਾਰ। ਨਪੋਲੀਅਨ ਵੀ ਇਹ ਸਟ੍ਰੈਟਜੀ ਯੂਜ਼ ਕਰਦਾ ਸੀਗਾ। ਨਪੋਲੀਅਨ ਕੀ ਕਰਦਾ ਸੀ, ਆਪਣੀ ਅਲੱਗ-ਅਲੱਗ ਸੈਨਾ ਦੇ ਨਾ ਛੋਟੇ-ਛੋਟੇ ਹਿੱਸੇ ਬਣਾ ਲੈਂਦਾ ਸੀ। ਉਹਨਾਂ ਛੋਟੇ-ਛੋਟੇ ਹਿੱਸਿਆਂ ਦਾ ਇੱਕ ਸੈਨਾਪਤੀ ਹੁੰਦਾ ਸੀਗਾ। ਉਸ ਬੰਦੇ ਕੋਲ 5-6 ਤਰ੍ਹਾਂ ਦੇ ਤਰੀਕੇ ਹੁੰਦੇ ਸੀਗੇ ਕੋਈ ਲੜਾਈ ਜਿੱਤਣ ਦੇ। ਆਪਾਂ ਕੀ ਸੋਚਦੇ ਹਾਂ, ਜੇ ਮੰਨ ਲਓ ਕੱਲ੍ਹ ਨੂੰ ਕੋਈ ਯੁੱਧ ਹੋ ਜੇ ਤਾਂ ਆਪਾਂ ਕੀ ਕਰਾਂਗੇ, ਤਲਵਾਰ ਲੈ ਕੇ ਮੈਦਾਨ 'ਚ ਉਤਰ ਜਾਵਾਂਗੇ ਅਤੇ ਸਿੱਧੇ ਰੇਲ ਗੱਡੀ ਵਾਂਗੂ ਜਾਵਾਂਗੇ। ਉਹ ਬੰਦੇ ਕੋਲ 5-6 ਤਰੀਕੇ ਹੁੰਦੇ ਸੀਗੇ ਅਲੱਗ-ਅਲੱਗ ਜਗ੍ਹਾ ਤੋਂ ਅਟੈਕ ਕਰਨ ਦੇ, ਅਲੱਗ-ਅਲੱਗ ਤੌਰ ਤਰੀਕੇ ਅਪਣਾਉਣ ਦੇ। ਠੀਕ ਹੈ, ਦੈਟ ਇਜ਼ ਰੀਡੰਡੈਂਸੀ, ਦੈਟ ਇਜ਼ ਨਾਟ ਸਮਥਿੰਗ ਐਸੋਟੈਰਿਕ। ਇਹ ਕੋਈ ਬਹੁਤ ਮਹਾਨ ਚੀਜ਼ ਨਹੀਂ ਹੈਗੀ, ਇਟਸ ਜਸਟ ਰੈਸ਼ਨਲ ਥਿੰਕਿੰਗ ਕਿ ਕੀ ਹੋ ਸਕਦਾ। ਆਈ ਥਿੰਕ ਰੀਡੰਡੈਂਸੀ ਦੀਆਂ ਮੈਂ ਤੁਹਾਨੂੰ ਪੂਰਾ ਟਾਈਮ, ਮੈਨੂੰ ਲੱਗਦਾ ਮੈਂ 2 ਘੰਟੇ ਬੈਠ ਕੇ ਐਗਜ਼ਾਮਪਲਸ ਦੇ ਸਕਦਾ। ਈਵਨ ਜੇ ਤੁਸੀਂ ਹੁਣ ਰਿਚੈਸਟ ਜਿਹੜੇ ਲੋਕ ਨੇ ਜਾਂ ਬਹੁਤ ਹੀ ਸਕਸੈਸਫੁਲ ਲੋਕ ਹੁੰਦੇ ਨੇ, ਤੁਸੀਂ ਕਦੇ ਨੋਟ ਕੀਤਾ ਹੋਣਾ, ਉਹਨਾਂ ਦੀਆਂ ਮਲਟੀਪਲ ਸੋਰਸ ਆਫ ਇਨਕਮ ਹੁੰਦੀਆਂ ਨੇ। ਇੱਕ ਸੋਰਸ ਕਦੀ ਨਹੀਂ ਹੁੰਦਾ। ਉਹ ਇੱਕ ਸੋਰਸ 'ਤੇ ਰਿਲਾਈ ਕਰਦੇ ਹੀ ਨਹੀਂ। ਉਹਨਾਂ ਨੂੰ ਅਨਕੰਫਰਟੇਬਲ ਲੱਗਦਾ ਜਦੋਂ ਇੱਕ ਸੋਰਸ ਦੇ ਉੱਤੇ ਰਿਲਾਈ ਕਰਨ ਲੱਗ ਜਾਂਦੇ ਆ। ਇਸ ਕਰਕੇ ਉਹਦੇ ਵਿੱਚ ਵੀ ਰਿਡੰਡੈਂਸੀ ਹੈ ਇੱਕ ਤਰ੍ਹਾਂ ਦੀ ਕਿ ਇੱਕ ਸੋਰਸ ਬੰਦ ਹੋਇਆ ਤਾਂ ਦੂਜਾ ਚੱਲ ਪਊਗਾ। ਪਾਸਟ ਦੇ ਵਿੱਚ ਕਿੰਨੇ ਹੀ ਇਸ ਤਰ੍ਹਾਂ ਦੇ ਐਕਟਰ ਹੋਏ ਨੇ ਜਾਂ ਸਿੰਗਰ ਹੋਏ ਨੇ
ਜਿਨ੍ਹਾਂ ਨੇ ਆਪਣਾ ਕੰਮ ਸਾਰਾ ਖਰਾਬ ਕਰ ਲਿਆ ਜਸਟ ਬਿਕੋਜ਼ ਉਹਨਾਂ ਨੇ ਜੋ ਵੀ ਸ਼ੋਅ ਲਾਉਂਦੇ ਸੀਗੇ ਉਹੀ ਕਮਾਈ ਉਹਨਾਂ ਨੇ ਖਾ ਲੈਣੀ ਅਤੇ ਉਹੀ ਉਹਨਾਂ ਨੇ ਗੱਡੀਆਂ ਗੁੱਡੀਆਂ 'ਤੇ ਲਾ ਦੇਣਾ। ਜਿਹੜੇ ਲੋਕ ਅੱਜ ਸਕਸੈਸਫੁਲ ਬੈਠੇ ਨੇ, ਸਿੰਗਰ ਹੋ ਗਏ ਜਾਂ ਐਕਟਰ ਹੋ ਗਏ, ਉਹ ਲੋਕ ਨੇ ਜਿਨ੍ਹਾਂ ਦੇ ਕੋਈ ਬਿਜ਼ਨਸ ਖੁੱਲ੍ਹੇ ਹੋਏ ਆ। ਕਿਸੇ ਐਕਟਰ ਨੇ ਰੈਸਟੋਰੈਂਟ ਖੋਲ੍ਹਿਆ ਹੋਇਆ, ਕਿਸੇ ਸਿੰਗਰ ਨੇ ਆਪਦੀ ਕੋਈ ਸ਼ਾਪ ਖੋਲ੍ਹੀ ਹੋਈ ਆ ਜਾਂ ਕੋਈ ਬਿਜ਼ਨਸ ਖੋਲ੍ਹਿਆ ਹੋਇਆ। ਉਹ ਚੀਜ਼ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਰਾਦਰ ਦੈਨ ਇੱਕੋ ਚੀਜ਼ ਦੇ ਉੱਤੇ ਤੁਸੀਂ ਸਟਿਕ ਕਰੀ ਰੱਖੋ ਕਿ ਹਾਂ ਮੈਂ ਸਿੰਗਿੰਗ ਕਰਦਾ ਹਾਂ ਤਾਂ ਮੈਂ ਸਿੰਗਿੰਗ ਨਾਲ ਹੀ ਜਾਊਂਗਾ, ਹੈ ਨਾ। ਸੋ ਦੈਟ ਇਜ਼ ਰੀਡਨਡੈਂਸੀ ਫॉर ਯੂ।